ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਨਮਸਕਾਰ, ਦੈਨਿਕ ਸਵੇਰਾ ਟੀਵੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਪਮਿਲ ਪਾਟਿਆ। ਪੰਜਾਬ ਪੁਨਰਗਠਨ ਤੋਂ ਬਾਅਦ ਸੂਬੇ ਵਿੱਚ ਜ਼ਿਆਦਾਤਰ ਸੱਤਾ ਦੇ ਦੋ ਹੀ ਕੇਂਦਰ ਰਹੇ ਨੇ। ਤੀਜੀ ਧਿਰ ਕਈ ਵਾਰ ਵੱਡੇ ਲੀਡਰਾਂ ਜਾਂ ਵੱਡੀਆਂ ਪਾਰਟੀਆਂ ਦੇ ਨਾਮ ਹੇਠ ਉਭਰੀ, ਪਰ ਜ਼ਿਆਦਾ ਦੇਰ ਤੱਕ ਟਿਕ ਨਹੀਂ ਸਕੀਆਂ। ਖੱਬੇ ਪੱਖੀ ਧਿਰਾਂ ਤੋਂ ਲੈ ਕੇ ਬੀਐਸਪੀ ਹੋਵੇ, ਸਿਮਰਨਜੀਤ ਸਿੰਘ ਮਾਨ, ਗੁਰਚਰਨ ਸਿੰਘ ਟੌੜਾ, ਧਰਮਵੀਰ ਗਾਂਧੀ, ਸੁੱਚਾ ਸਿੰਘ ਛੋਟੇਪੁਰ ਜਾਂ ਸੁਖਪਾਲ ਸਿੰਘ ਖਹਿਰਾ ਵਰਗੇ ਕਈ ਐਕਸਪੈਰੀਮੈਂਟ ਕੀਤੇ ਗਏ, ਪਰ ਸੱਤਾ ਦੇ ਕੇਂਦਰ ਤੱਕ ਨਹੀਂ ਪਹੁੰਚ ਪਾਏ। ਮਾਲਵੇ 'ਚ ਚੰਗਾ ਆਧਾਰ ਰੱਖਣ ਵਾਲਾ ਢੀਂਡਸਾ ਪਰਿਵਾਰ ਹੁਣ ਤੀਜੀ ਧਿਰ ਦੇ ਵਿੱਚੋਂ ਸੱਤਾ ਦਾ ਰਾਹ ਖੋਜ ਰਿਹਾ ਹੈ। ਫਿਲਹਾਲ ਢੋਲ ਦੂਰ ਦੇ ਲੱਗ ਰਹੇ ਨੇ, ਪਰ ਢੀਂਡਸਾ ਪਰਿਵਾਰ ਦੀ ਸਿਆਸਤ ਕੀ ਹੈਗੀ ਹੈ, ਇਸ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਖਾਸ ਮਹਿਮਾਨ ਨੇ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ। ਢੀਂਡਸਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਪਮਿਲ ਜੀ। ਢੀਂਡਸਾ ਸਾਹਿਬ, ਸਭ ਤੋਂ ਪਹਿਲਾਂ ਜਿਹੜੀ ਮੈਂ ਗੱਲ ਕੀਤੀ ਹੈ, ਥਰਡ ਫਰੰਟ ਦੇ ਬਹੁਤ ਸਾਰੇ ਐਕਸਪੈਰੀਮੈਂਟ ਹੋਏ। ਅੱਜ ਕੱਲ੍ਹ ਢੀਂਡਸਾ ਫੈਮਿਲੀ 'ਚੋਂ ਥਰਡ ਫਰੰਟ ਦੀਆਂ ਗੱਲਾਂ ਨਿਕਲ ਕੇ ਆ ਰਹੀਆਂ ਨੇ। ਪਹਿਲੇ ਮੌਜੂਦਾ ਸਥਿਤੀ ਜਿਹੜੀ ਹੈਗੀ ਹੈ ਇਸ ਸਮੇਂ ਦੀ ਢੀਂਡਸਾ ਪਰਿਵਾਰ ਦੀ, ਚਾਹੇ ਵੱਡੇ ਢੀਂਡਸਾ ਸਾਹਿਬ ਹੋਣ ਜਾਂ ਤੁਸੀਂ, ਮੌਜੂਦਾ ਸਿਆਸਤ ਕੀ ਹੈਗੀ ਹੈ? ਪੋਲੀਟੀਕਲ ਭਵਿੱਖ ਆਪਣਾ ਕੀ ਦੇਖ ਰਹੇ ਹੋ? ਦੇਖੋ, ਅਸੀਂ ਇੱਕ ਏਜੰਡਾ ਲੈ ਕੇ ਚੱਲੇ ਹਾਂ ਕਿ ਜੋ ਸ਼੍ਰੋਮਣੀ ਅਕਾਲੀ ਦਲ ਜਿਹੜੀ ਬੜੀ ਇਤਿਹਾਸਕ ਪਾਰਟੀ ਹੈ, ਜਿਹਦੀਆਂ ਬੜੀਆਂ ਕੁਰਬਾਨੀਆਂ ਨੇ, ਜਿਹਦਾ ਇੱਕ ਕਿਸੇ ਸਮੇਂ ਤੇ ਇੱਕ ਸੋਚ ਤੇ ਵਿਚਾਰਧਾਰਾ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਚੱਲਿਆ ਸੀ। ਉਹ ਸੋਚ ਸੀ ਜੋ ਪੰਥਕ ਮੁੱਦੇ ਨੇ, ਮਸਲੇ ਨੇ, ਉਹਨਾਂ ਨੂੰ ਅੱਗੇ ਰੱਖਣਾ, ਤੇ ਦੂਸਰਾ ਪੰਜਾਬ ਦੇ ਜੋ ਮਸਲੇ ਨੇ, ਪੰਜਾਬ ਦੀਆਂ ਸਮੱਸਿਆਵਾਂ ਨੇ, ਪੰਜਾਬ ਦੇ ਮੁੱਦੇ ਨੇ, ਉਹਨਾਂ ਵਾਸਤੇ ਲੜਨਾ ਜੀ। ਸੋ ਇਹ ਦੋਨੇ ਚੀਜ਼ਾਂ ਸਾਈਡ ਬਾਈ ਸਾਈਡ ਸ਼੍ਰੋਮਣੀ ਅਕਾਲੀ ਦਲ ਚੱਲਦੀਆਂ, ਤੇ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਵਾਸਤੇ ਤੇ ਸਿੱਖ ਕੌਮ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਤੇ ਬਹੁਤ ਵੱਡੀਆਂ ਪ੍ਰਾਪਤੀਆਂ ਵੀ ਕੀਤੀਆਂ ਨੇ ਜੀ। ਪਰ ਪਿਛਲੇ ਕੁਝ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਉਸ ਰਸਤੇ ਤੋਂ ਭਟਕਦਾ ਜਾ ਰਿਹਾ ਸੀ, ਅਤੇ ਅਸੀਂ ਆਪਦੇ ਕੋਰ ਏਜੰਡੇ ਜਿਹੜੇ ਨੇ ਉਹ ਛੱਡ ਦਿੱਤੇ ਨੇ। ਅਸੀਂ ਪੰਜਾਬ ਦੇ ਮਸਲੇ ਛੱਡ ਦਿੱਤੇ ਨੇ, ਪੰਜਾਬ ਦੇ ਮੁੱਦੇ ਛੱਡ ਦਿੱਤੇ ਨੇ, ਤੇ ਹੁਣ ਕੋਈ ਵੀ ਜਿਹੜਾ ਸਾਡੇ ਸਿਧਾਂਤ ਨਾਲ ਜਿਹੜੇ ਚੀਜ਼ਾਂ ਮੇਲ ਨਹੀਂ ਖਾਂਦੀਆਂ, ਉਹਨਾਂ ਤੇ ਵੀ ਅਸੀਂ ਜਿਹੜਾ ਹੈ ਫੈਸਲੇ ਐਸੇ ਕਰ ਰਹੇ ਹਾਂ, ਤੇ ਜਿਹਦੇ ਨਾਲ ਸਾਡਾ ਬਹੁਤ ਵੱਡਾ ਨੁਕਸਾਨ ਹੋਇਆ ਜੀ। ਤੇ ਜਿਹੜੀ ਪਾਰਟੀ ਆਪਦੀ ਕੋਰ ਆਈਡੀਓਲੋਜੀ ਛੱਡ ਦੇ, ਜਿਹੜੀ ਆਪਦੇ ਸੂਬੇ ਵਾਸਤੇ ਲੜਨਾ ਛੱਡ ਦੇ, ਮੈਂ ਸਮਝਦਾ ਉਹ ਜ਼ਿਆਦਾ ਚਿਰ ਨਹੀਂ ਚੱਲ ਸਕਦੀ। ਇਸ ਕਰਕੇ ਇਹ ਸਾਰੇ ਡਿਫਰੈਂਸਸ ਨੂੰ ਲੈ ਕੇ ਢੀਂਡਸਾ ਸਾਹਿਬ ਤੇ ਮੈਂ, ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਵਾਜ਼ ਉਠਾਈ ਸੀ ਜੀ, ਤੇ ਉਹਨਾਂ ਨੇ ਸਾਡੇ ਖਿਲਾਫ ਕਾਰਵਾਈ ਕੀਤੀ, ਸਾਨੂੰ ਪਾਰਟੀ ਚੋਂ ਕੱਢਿਆ ਜੀ। ਸਾਨੂੰ ਪਰ ਇਸ ਗੱਲ ਦਾ ਕੋਈ ਅਫਸੋਸ ਨਹੀਂ, ਕਿਉਂਕਿ ਪਾਰਟੀ ਚੋਂ ਕੱਢਣ ਨਾਲ ਅਸੀਂ ਜਿਹੜਾ ਹੈ ਜੋ ਜਿਹੜੀ ਉਸ ਵਿਚਾਰਧਾਰਾ ਤੇ ਸੋਚ ਦੇ ਨਾਲ ਅੱਜ ਵੀ ਜੁੜੇ, ਵਿਚਾਰ ਨਹੀਂ ਮਰਦਾ ਹੁੰਦਾ। ਢੀਂਡਸਾ ਸਾਹਿਬ, ਇਹ ਠੀਕ ਕਹਿ ਰਹੇ ਹੋ ਤੁਸੀਂ, ਪਰ ਗਾਂ ਰਸਤਾ ਕੀ ਨਜ਼ਰ ਆ ਰਿਹਾ? ਦੇਖੋ, ਅੱਜ ਰਸਤਾ ਮੈਂ ਤਾਂ ਬਹੁਤ ਵਧੀਆ ਭਵਿੱਖ ਸਮਝਦਾ, ਕਿਉਂਕਿ ਅੱਜ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਖਿਲਾਫ ਪੈਦਾ ਹੋ ਚੁੱਕਿਆ ਹੈ। ਪੰਜਾਬ ਦੇ ਲੋਕ ਦੋਨੋਂ ਜੋ ਰਵਾਇਤੀ ਧਿਰਾਂ ਨੇ, ਚਾਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਸੀ, ਚਾਹੇ ਕਾਂਗਰਸ ਹੈ, ਇਹਨਾਂ ਤੋਂ ਅੱਕ ਚੁੱਕੇ ਨੇ। ਇਹਨਾਂ ਦੇ ਨੀਤੀਆਂ ਤੋਂ, ਇਹਨਾਂ ਦੀਆਂ ਜੋ ਸਰਕਾਰਾਂ ਬਣੀਆਂ ਉਹਦੀਆਂ ਪਰਫਾਰਮੈਂਸ ਤੋਂ ਸੰਤੁਸ਼ਟ ਨਹੀਂ ਹਨ। ਦੋਨਾਂ ਸਰਕਾਰਾਂ ਦੀਆਂ ਬਹੁਤ ਵੱਡੀਆਂ ਕਈ ਨਾਕਾਮਯਾਬੀਆਂ ਰਹੀਆਂ, ਤੇ ਇਸ ਕਰਕੇ ਅੱਜ ਤੀਜੇ ਧਿਰ ਦੀ ਇੱਕ ਬਹੁਤ ਵੱਡੀ ਪੰਜਾਬ ਨੂੰ ਲੋੜ ਵੀ ਹੈ। ਪੰਜਾਬ ਦੇ ਲੋਕ ਇਹ ਚਾਹੁੰਦੇ ਵੀ ਹੈ ਇੱਕ ਤੀਜੀ ਧਿਰ ਉੱਭਰ ਕੇ ਆਵੇ ਜੀ। ਸੋ ਉਹ ਤੀਜੀ ਧਿਰ ਜਿਹੜੀ, ਜਿਵੇਂ ਤੁਸੀਂ ਗੱਲ ਕਰ ਰਹੇ ਸੀ, ਉਹ ਕੋਈ, ਮੈਂ ਜੇ ਕਹਾਂ ਵੀ ਅਸੀਂ ਇਕੱਲੇ ਇੱਕ ਤੀਜੀ ਧਿਰ ਨਹੀਂ ਬਣ ਸਕਦੇ, ਪਰ ਅਸੀਂ, ਸਾਡੀ ਕੋਸ਼ਿਸ਼ ਹੈ ਵੀ ਇਹ ਸਾਰੇ ਜਿਹੜੇ ਨੇ ਕ੍ਰੈਡੀਬਲ ਲੋਕ, ਜਿਨ੍ਹਾਂ ਦਾ ਪੰਜਾਬ ਦੇ ਲੋਕਾਂ ਦੇ ਮਨ ਦੇ ਵਿੱਚ ਵਿਸ਼ਵਾਸ ਹੈ, ਅਸੀਂ ਇਕੱਠੇ ਹੋ ਕੇ ਪੰਜਾਬ ਨੂੰ, ਇੱਕ ਜੋ ਚੰਗੀ ਸੋਚ ਰੱਖਣ ਵਾਲੇ ਲੋਕ ਨੇ, ਉਹ ਅੱਗੇ ਇਕੱਠੇ ਹੋ ਕੇ ਪੰਜਾਬ ਦੇ ਵਾਸਤੇ, ਭਵਿੱਖ ਵਾਸਤੇ ਕੰਮ ਕਰਨ। ਤੇ ਢੀਂਡਸਾ ਸਾਹਿਬ, ਇਹੀ ਇੱਕ ਵਿਚਾਰ ਜਿਹੜਾ ਕੁਝ ਸਮੇਂ ਪਹਿਲੇ ਸਾਹਮਣੇ ਆਇਆ ਸੀਗਾ, ਜਿਸ ਸਮੇਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਿਆ। ਜਿਹੜੇ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੇ ਪੰਜਾਬ ਦੇ ਸਭ ਤੋਂ ਸੀਨੀਅਰ ਮੋਸਟ ਲੀਡਰਸ ਦੇ ਵਿੱਚੋਂ ਇੱਕ ਹੈਗੇ ਨੇ, ਉਸੇ ਕਤਾਰ ਦੇ ਨੇ ਜਿਸ ਕਤਾਰ ਦੇ ਰਣਜੀਤ ਸਿੰਘ ਬ੍ਰਹਮਪੁਰਾ ਹੈਗੇ ਨੇ। ਪਰ ਹੁਣ ਜਿਸ ਤਰ੍ਹਾਂ ਦੇ ਨਾਲ ਵੱਡੇ ਢੀਂਡਸਾ ਸਾਹਿਬ ਇਹ ਗੱਲ ਕਹਿ ਰਹੇ ਨੇ ਕਿ ਜਿਹੜਾ ਅਕਾਲੀ ਦਲ ਟਕਸਾਲੀ ਹੈਗਾ ਉਹਨੂੰ ਭੰਗ ਕਰਨਾ ਪਵੇਗਾ। ਹਾਲਾਂਕਿ ਇੱਕ ਆਫਰ ਦਿੱਤੀ ਸੀਗੀ ਬ੍ਰਹਮਪੁਰਾ ਹੁਣਾਂ ਨੇ ਕਿ ਉਹ ਚਾਹਣ ਤੇ ਪ੍ਰਧਾਨਗੀ ਲੈ ਸਕਦੇ ਨੇ, ਜਿਸ ਦੇ ਵਿੱਚ ਇੱਕ ਚੀਜ਼ ਨਿਕਲ ਕੇ ਆਈ ਵੀ
ਤੁਸੀਂ ਜਿਸ ਤਰ੍ਹਾਂ ਦੇ ਨਾਲ ਹੁਣ ਪੁਰਾਣੇ ਅਕਾਲੀ ਦਲ ਦੀਆਂ ਉਪਲਬਧੀਆਂ ਗਿਣਵਾਈਆਂ ਕਿ ਟਕਸਾਲੀ ਅਕਾਲੀ ਦਲ ਜਿਸ ਸਮੇਂ ਜਿਸ ਤਰ੍ਹਾਂ ਦਾ ਸੀਗਾ, ਉਹਨਾਂ ਦੀਆਂ ਬੜੀਆਂ ਕੁਰਬਾਨੀਆਂ ਨੇ, ਪਰ ਹੁਣ ਇੱਕ ਗੱਲ ਨਿਕਲ ਕੇ ਆ ਰਹੀ ਹੈ ਕਿ ਟਕਸਾਲੀ ਸ਼ਬਦ ਤੋਂ ਢੀਂਡਸਾ ਪਰਿਵਾਰ ਗੁਰੇਜ਼ ਕਰ ਰਿਹਾ, ਕਿਉਂਕਿ ਸ਼ਾਇਦ ਹੁਣ ਸਮੇਂ ਦੀ ਲੋੜ ਹੈਗੀ ਹੈ ਕਿ ਮੋਡਰੇਟ ਨਜ਼ਰ ਆਉਣਾ ਚਾਹੀਦਾ। ਨਹੀਂ, ਗੱਲ ਮੋਡਰੇਟ ਦੀ ਨਹੀਂ ਹੈ। ਗੱਲ ਹੈ ਵੀ ਉਸ ਜਦੋਂ ਪਾਰਟੀ ਬਣੀ ਕੋਈ ਉਦੋਂ ਉਹਨਾਂ ਤੋਂ ਕੁਝ ਗਲਤੀਆਂ ਹੋ ਗਈਆਂ ਜੀ, ਜਿਹਦੇ ਕਰਕੇ ਸ਼ਾਇਦ ਮੈਨੂੰ ਲੱਗਦਾ ਉਹ ਵੀ ਅਹਿਸਾਸ ਕਰਦੇ ਨੇ। ਢੀਂਡਸਾ ਸਾਹਿਬ ਦਾ ਸਿਰਫ ਇਹ ਕਹਿਣਾ ਵੀ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਨਵੀਂ ਸ਼ੁਰੂਆਤ ਕਰਨੀ ਚਾਹੀਦੀ ਹੈ, ਤਾਂ ਕਿ ਜਿਹੜੀਆਂ ਸਾਰੀਆਂ ਉਹ ਪਿਛਲੀਆਂ ਜਿਹੜੀਆਂ ਕੋਈ ਸਾਡੇ ਤੋਂ ਜਦ ਪਾਰਟੀ ਚਾਹੇ ਫਾਰਮੇਸ਼ਨ ਹੋਈ ਜਾਂ ਪਾਰਟੀ ਦੇ ਵਿੱਚ ਫੈਸਲੇ ਹੋਏ, ਉਹ ਫੈਸਲਿਆਂ ਦਾ ਕਿਸ ਤਰ੍ਹਾਂ ਦੀ ਗੱਲ ਕਰ ਰਹੇ ਹੋ, ਇੱਕ ਅੱਧਾ ਜ਼ਿਕਰ ਕਰ ਸਕਦੇ ਹੋ ਢੀਂਡਸਾ ਦੇਖੋ, ਸਾਹਿਬ? ਮੈਂ ਉਸ ਤੇ ਕੋਈ ਕਿਸੇ ਦੀ ਕੋਈ ਡਿਸੀਜਨ ਮੇਕਿੰਗ ਤੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ। ਇਹ ਤਾਂ ਜਿਹੜੀਆਂ ਆਪਸ ਬੈਠ ਕੇ ਕਰਨ ਵਾਲੀਆਂ ਗੱਲਾਂ ਹੁੰਦੀਆਂ ਨੇ ਜੀ। ਸੋ ਢੀਂਡਸਾ ਸਾਹਿਬ ਦੀ ਇੱਕੋ ਹੀ ਰਾਏ ਸੀ ਵੀ ਆਪਾਂ ਨਵੇਂ ਸਿਰਿਓਂ ਸਾਰੇ ਇਕੱਠੇ ਹੋ ਕੇ ਨਵਾਂ ਗਠਨ ਕਰੀਏ, ਤੇ ਸ਼ਾਇਦ ਉਸੇ ਕਰਕੇ ਕਿਤੇ ਨਾ ਕਿਤੇ ਆਪਸੀ ਮਤਭੇਦ ਨੇ। ਵੈਸੇ ਜੋ ਆਈਡੀਆਜ਼ ਨੇ, ਜੋ ਸੋਚ ਹੈ, ਉਹ ਸ਼ਾਇਦ ਸਾਰਿਆਂ ਦੀ ਮੇਲ ਖਾਂਦੀ ਹੈ, ਇਸ 'ਚ ਕੋਈ ਦੋ ਰਹੇ। ਪਰ ਇਹ ਗੱਲ ਹੈਗੀ ਜਿਹੜਾ ਥਰਡ ਫਰੰਟ ਦੇ ਜਿੰਨੇ ਲੋਕ ਇਸ ਸਮੇਂ ਜਿਹੜੇ ਤੀਸਰੇ ਧਿਰ ਦੇ ਵਿੱਚੋਂ ਆਪਦਾ ਪੋਲੀਟੀਕਲ ਭਵਿੱਖ ਦੇਖ ਰਹੇ ਨੇ, ਉਹਨਾਂ ਦੇ ਵਿੱਚ ਇੱਕ ਪੋਲੀਟੀਕਲ ਸਟੇਚਰ ਦੀ ਆ ਕੇ ਸਮੱਸਿਆ ਕਿਤੇ ਖੜ ਜਾਂਦੀ ਹੈਗੀ ਹੈ, ਜਿਸ ਤਰ੍ਹਾਂ ਦੇ ਨਾਲ ਚਾਹੇ ਉਹ ਨਵਜੋਤ ਸਿੰਘ ਸਿੱਧੂ ਹੋਣ ਜਾਂ ਟਕਸਾਲੀ ਅਕਾਲੀ ਹੋਣ, ਸੁਖਪਾਲ ਸਿੰਘ ਖਹਿਰਾ ਹੋਣ, ਬੈਸ ਭਰਾ ਹੋਣ, ਜਾਂ ਦੋ ਚਾਰ ਹੋਰ ਜਿਹੜੇ ਤੁਸੀਂ ਪ੍ਰੋਮੀਨੈਂਟ ਨਾਂ ਜਿਹੜੇ ਵੀ ਧਿਆਨ ਚੰਦ ਨੇ, ਡਾਕਟਰ ਧਰਮਵੀਰ ਗਾਂਧੀ ਹੋਣਾ ਨੇ ਜਿਨ੍ਹਾਂ ਨੇ ਪਿਛ ਸਮੇਂ ਪੰਜਾਬ ਫਰੰਟ ਬਣਾਇਆ ਸੀਗਾ, ਛੋਟੇਪੁਰ ਜਿਨ੍ਹਾਂ ਨੇ ਜਿਹੜੀ ਪੰਜਾਬ ਪਾਰਟੀ ਬਣਾਈ ਸੀਗੀ। ਹੁਣ ਇਹਨਾਂ ਦੇ ਵਿੱਚੋਂ ਸਮੱਸਿਆ ਇੱਕ ਇਹ ਨਿਕਲ ਕੇ ਆਉਂਦੀ ਹੈ ਕਿ ਅੱਗੇ ਕੌਣ ਝੰਡਾ ਬਰਦਾਰ ਕੌਣ ਲੱਗੇ ਬਣੇਗਾ ਔਰ ਪਿੱਛੇ ਕੌਣ ਲੱਗੇਗਾ। ਤੁਹਾਨੂੰ ਲੱਗਦਾ ਕਿ ਇਹ ਸਮੱਸਿਆ ਖੜੀ ਹੋ ਸਕਦੀ ਹੈ ਗਾਂ, ਜਿਸ ਤਰ੍ਹਾਂ ਦੇ ਨਾਲ ਤੁਸੀਂ ਵੀ ਥਰਡ ਫਰੰਟ ਦੇ ਮਰਜ ਕਰਨ ਦੀ ਗੱਲ ਸੋਚਦੇ ਹੋ? ਨਹੀਂ, ਦੇਖੋ, ਮੈਂ ਸਮਝਦਾ ਪਹਿਲਾਂ ਤਾਂ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਸੋਚ ਲੈ ਕੇ ਚੱਲਣਾ ਚਾਹੀਦਾ। ਬਾਕੀ ਜਿਹੜਾ ਹੈ ਸਮੇਂ ਨਾਲ ਲੋਕ ਪੰਜਾਬ ਦੇ ਜਿਹਨੂੰ ਵੀ ਅੱਗੇ ਲਾਉਣਗੇ, ਇਹ ਤਾਂ ਲੋਕਾਂ ਦੀਆਂ ਭਾਵਨਾਵਾਂ ਤਾਂ ਸਾਹਮਣੇ ਆਈ ਜਾਂਦੀਆਂ ਨੇ, ਤੇ ਉਹਨੂੰ ਅੱਗੇ ਲੱਗਣੇ ਸਾਨੂੰ ਕਿਸੇ ਨੂੰ ਜਿਹੜਾ ਹੈ ਕਿਸੇ ਅਹੁਦੇ ਦੇ ਮਗਰ ਜਿਹੜਾ ਹੈ ਨਾ ਦੌੜ ਕੇ ਸਾਨੂੰ ਇੱਕ ਮਿਸ਼ਨ ਨੂੰ ਲੈ ਕੇ ਚੱਲਣਾ ਚਾਹੀਦਾ ਹੈ, ਤੇ ਉਸ ਮਿਸ਼ਨ ਦੇ ਵਿੱਚ ਜੋ ਵੀ ਕੁਝ ਹੁੰਦਾ ਹੈਗਾ ਉਹ ਤਾਂ ਲੋਕਾਂ ਦੇ ਹੱਥ ਵਿੱਚ ਹੈ। ਪਰ ਜੇ ਅਸੀਂ ਇੱਕ ਰਾਏ, ਇੱਕ ਸੋਚ ਨੂੰ ਲੈ ਕੇ ਚੱਲਾਂਗੇ ਤਾਂ ਮੈਨੂੰ ਇਸ ਦੇ ਵਿੱਚ ਕੋਈ ਮੈਂ ਇਹ ਨਹੀਂ ਕਹਾਂਗਾ, ਜ਼ਰੂਰ ਜਿਹੜਾ ਹੈ ਚੰਗੇ ਰਿਜ਼ਲਟ ਆਉਣਗੇ। ਪਰ ਢੀਂਡਸਾ ਸਾਹਿਬ, ਤੁਹਾਨੂੰ ਨਹੀਂ ਲੱਗਦਾ ਕਿ 1999 ਤੋਂ ਲੈ ਕੇ ਗੁਰਚਰਨ ਸਿੰਘ ਟੌੜਾ ਤੋਂ ਲੈ ਕੇ ਟੌੜਾ ਟੂ ਢੀਂਡਸਾ ਤੁਹਾਡੇ ਤੱਕ ਜੇਕਰ ਦੇਖਿਆ ਜਾਏ ਤੇ ਅਕਾਲੀ ਦਲ ਦੇ ਵਿਦਿਨ ਅਕਾਲੀ ਦਲ ਹੀ ਬੜੇ ਸਾਰੇ ਐਕਸਪੈਰੀਮੈਂਟ ਹੋਏ, ਪਰ ਉਸ ਤਰ੍ਹਾਂ ਦੇ ਨਾਲ ਐਕਸੈਪਟ ਨਹੀਂ ਹੋਏ, ਕਿਉਂਕਿ ਆਖਿਰਕਾਰ ਲੀਡਰ ਜਿਹੜੇ ਨੇ ਉਹ ਲੀਡਰ ਬੈਲਟ ਬਾਕਸ 'ਚੋਂ ਹੀ ਬੰਨੇ ਨੇ? ਦੇਖੋ, ਗੱਲ ਹੈ ਵੀ ਪੰਮਿਲ ਜੀ, ਸਿਚੁਏਸ਼ਨ ਬੜੀ ਚੇਂਜ ਹੋ ਚੁੱਕੀ ਹੈ ਜੀ। ਸ਼੍ਰੋਮਣੀ ਅਕਾਲੀ ਦਲ ਦੀਆਂ ਜੋ ਕ੍ਰੈਡੀਬਿਲਟੀ ਸੀ ਉਹ ਕਦੇ ਇੰਨੀ ਲੋ ਨਹੀਂ ਸੀ ਜੋ ਅੱਜ ਹੈ। ਸੋ ਅੱਜ ਦੇ ਸਥਿਤੀ ਤੇ ਉਸ ਸਮੇਂ ਦੀ ਸਥਿਤੀ ਦੇ ਵਿੱਚ ਬਹੁਤ ਵੱਡਾ ਫਰਕ ਹੈ। ਉਦੋਂ ਜਿਹੜੀ ਬਾਦਲ ਸਾਹਿਬ ਤੇ ਟੌੜਾ ਸਾਹਿਬ ਦੀ ਜੋ ਲੜਾਈ ਸੀ, ਉਹਨੂੰ ਦੋ ਲੀਡਰਾਂ ਦੀ ਲੜਾਈ ਦੇ ਰੂਪ ਦੇਖਿਆ ਜਾਂਦਾ ਸੀ ਜੀ, ਤੇ ਹੁਣ ਸਥਿਤੀ ਹੋਰ ਹੈ। ਹੁਣ ਤੁਸੀਂ ਵੀ ਜਾਣਦੇ ਹੋ ਜ਼ਮੀਨੀ ਪੱਧਰ ਤੇ ਜੋ ਅਕਾਲੀ ਦਲ ਵੱਲੋਂ ਹੁਣ ਤਿੰਨ ਚਾਰ ਤਾਂ ਹੁਣੀ ਤੁਸੀਂ ਲੈ ਲਓ, ਚਾਹੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਹੈ ਜੀ, ਚਾਹੇ ਧਾਰਾ 370 ਹੈ, ਚਾਹੇ ਆਰਡੀਨੈਂਸਸ ਨੇ, ਇਹਨਾਂ ਦੇ ਵਿੱਚ ਜੋ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਰਿਹਾ ਉਹਦੇ ਤੋਂ ਇੱਕ ਗੱਲ ਤਾਂ ਜਿਹੜੀ ਸਪਸ਼ਟ ਹੋ ਜਾਂਦੀ ਹੈ ਵੀ ਜੋ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਸੀ, ਜੋ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤ ਸੀ, ਉਹ ਤਾਂ ਅਕਾਲੀ ਦਲ ਅੱਜ ਛੱਡੀ ਬੈਠਾ ਹੈ। ਸੋ ਇਸ ਲਈ ਉਹ ਅਸੀਂ ਕੋਈ ਸਿਰਫ ਇੱਕ ਸੱਤਾ ਦੀ ਲੜਾਈ ਨਹੀਂ ਲੜ ਰਹੇ, ਅਸੀਂ ਇੱਕ ਉਸ ਵਿਚਾਰਧਾਰਾ ਨੂੰ, ਉਸ ਸੋਚ ਨੂੰ ਬੁਲੰਦ ਰੱਖਣ ਦੀ ਲੜਾਈ ਲੜ ਰਹੇ ਹਾਂ। ਸੋ ਉਹਦੇ ਵਿੱਚ ਜ਼ਰੂਰੀ ਨਹੀਂ ਵੀ ਸੱਤਾ ਪ੍ਰਾਪਤੀ ਹੋਵੇ ਨਾ ਹੋਵੇ, ਉਹ ਤਾਂ ਸਮੇਂ ਤੋਂ ਬਾਅਦ ਪਤਾ ਚੱਲੇਗਾ। ਸਾਡੀ ਤਾਂ ਕੋਸ਼ਿਸ਼ ਇਹ ਹੈ ਵੀ ਜਿਹੜੀ ਉਹ ਸੋਚ ਹੈ, ਉਹ ਵਿਚਾਰਧਾਰਾ ਜਿਉਂਦੀ ਰਹਿਣੀ ਚਾਹੀਦੀ ਹੈ। ਵੈਸੇ ਰਾਜਨੀਤੀ ਦੇ ਵਿੱਚ ਕਿਹਾ ਜਾਂਦਾ ਨਾ ਕੋਈ ਪੱਕੇ ਦੋਸਤ ਹੁੰਦੇ ਨਾ ਪੱਕੇ ਦੁਸ਼ਮਣ ਹੁੰਦੇ। ਤੁਸੀਂ ਜੇਕਰ ਮੋਟੇ ਤੌਰ ਤੇ ਨਿਗਾਹ ਮਾਰਦੇ ਹੋ ਤੇ ਕਿਹਨਾਂ ਲੋਕਾਂ ਨੂੰ ਆਪਣੀ ਸਟੇਟ ਦੇ ਵਿੱਚ ਦੇਖਦੇ ਹੋ ਕਿ ਹਾਂ ਇਹ ਤੁਹਾਡੇ ਹਮਖਿਆਲ ਹੋ ਸਕਦੇ ਨੇ? ਦੇਖੋ, ਮੈਂ ਤਾਂ ਇਹ ਮੰਨਦਾ ਵੀ ਕਾਂਗਰਸ ਤੇ ਬਾਦਲ ਦਲ ਤੋਂ ਬਿਨਾਂ ਸਾਰਿਆਂ ਨੂੰ ਹੀ ਇਕੱਠੇ ਹੋਣਾ ਚਾਹੀਦਾ ਹੈ। ਕਾਂਗਰਸ ਔਰ ਬਾਦਲ ਤੋਂ ਬਿਨਾਂ? ਹਾਂ, ਬਾਦਲ ਦਲ ਤੋਂ ਬਿਨਾਂ ਜੀ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ, ਮੇਰਾ ਤਾਂ ਮੰਨਣਾ ਇਹ ਹੈ। ਪਰ ਕਾਂਗਰਸ ਔਰ ਬਾਦਲ ਦਲ ਤੋਂ ਬਿਨਾਂ ਢੀਂਡਸਾ ਸਾਹਿਬ ਕਾਂਗਰਸ ਔਰ ਬਾਦਲ ਦਲ ਤੋਂ ਇਲਾਵਾ ਹੋਰ ਖੇਤਰੀ ਪਾਰਟੀਆਂ ਨੂੰ ਛੱਡ ਦੇ ਤੇ ਨੈਸ਼ਨਲ ਪਾਰਟੀ ਬੀਜੇਪੀ ਵੀ ਖੜੀ ਹੈਗੀ ਹੈ, ਬੀਜੇਪੀ ਨੂੰ ਲੈ ਕੇ ਸੌਫਟ ਕਾਰਨਰ ਹੈਗਾ? ਨਹੀਂ, ਦੇਖੋ, ਅੱਜ ਤਾਂ ਬੀਜੇਪੀ ਹਜੇ ਤਾਂ ਉਹਨਾਂ ਨਾਲ ਹੀ ਹੈ ਨਾ ਜੀ।
ਸੋ ਬੀਜੇਪੀ ਦਾ ਤਾਂ ਹਜੇ ਇਸ ਸਮੇਂ ਸਵਾਲ ਨਹੀਂ ਪੈਦਾ ਹੁੰਦਾ, ਕਿਉਂਕਿ ਬੀਜੇਪੀ ਦਾ ਸਮਝੌਤਾ ਉਹਨਾਂ ਨਾਲ ਹੈ। ਸੋ ਬੀਜੇਪੀ ਨੂੰ ਵੀ ਹਜੇ ਤੁਸੀਂ ਜੇ ਉਧਰ ਲਾ ਕੇ ਚੱਲੋਗੇ ਤਾਂ ਬਾਕੀ ਸਾਰੀਆਂ ਨੂੰ ਆਪਾਂ ਗਿਣ ਸਕਦੇ ਹਾਂ। ਗਿਣ ਸਕਦੇ ਹਾਂ, ਮਤਲਬ ਬਾਕੀ ਬੀਜੇਪੀ ਤੋਂ ਇਲਾਵਾ ਜਿਹੜੀਆਂ ਖੇਤਰੀ ਪਾਰਟੀਆਂ ਹੈਗੀਆਂ ਉਹਨਾਂ ਨੂੰ ਲੈ ਕੇ ਦੇਖ ਸਕਦੇ ਹੋ। ਦੂਸਰੀ ਗੱਲ, ਇੱਕ ਸੁਖਬੀਰ ਬਾਦਲ ਹੁਣਾਂ ਦਾ ਤੁਸੀਂ ਜ਼ਿਕਰ ਕੀਤਾ ਹੈਗਾ। ਸੁਖਬੀਰ ਬਾਦਲ ਹੁਣੀ ਅਕਾਲੀ ਦਲ ਦੀ ਪੋਲਿਟਿਕਸ ਨੂੰ ਇਸ ਸਮੇਂ ਕਿਸ ਤਰ੍ਹਾਂ ਦੇ ਨਾਲ ਦੇਖ ਰਹੇ ਹੋ? ਕਿਉਂਕਿ ਜਿਹੜੇ ਕੇਂਦਰ ਦੇ ਕੁਝ ਡਿਸੀਜਨ ਤੁਸੀਂ ਵੀ ਗਿਣਾਏ ਹੈਗੇ, ਹੁਣ ਚਾਹੇ ਖੇਤੀ ਸੁਧਾਰ ਦੇ ਆਰਡੀਨੈਂਸ ਹੋਣ, ਚਾਹੇ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਹੋਣ, ਕਿਸ ਤਰ੍ਹਾਂ ਦੇ ਨਾਲ ਅਕਾਲੀ ਦਲ ਦੀ ਪੋਲਿਟਿਕਸ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਕਿਉਂਕਿ ਸੁਖਬੀਰ ਬਾਦਲ ਹੁਣੀ ਤੇ ਲਗਾਤਾਰ ਕਹਿ ਰਹੇ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਦੇਣ ਨੂੰ ਤਿਆਰ ਹਾਂ। ਪਿਛਲੇ 10 ਦਿਨਾਂ 'ਚੋਂ ਇਹ ਸ਼ਬਦ 10 ਵਾਰੀ ਦੁਹਰਾ ਚੁੱਕੇ ਨੇ। ਦੇਖੋ, ਮੈਂ ਤਾਂ ਇਹ ਮੰਨਦਾ ਵੀ ਬਾਕੀ ਤਾਂ ਉਹ ਦੱਸ ਸਕਦੇ ਨੇ ਵੀ ਉਹਨਾਂ ਤੇ ਕੀ ਦਬਾਅ ਹੈ ਕੇਂਦਰ ਦਾ, ਕਿਉਂ ਉਹ ਕੇਂਦਰ ਤੋਂ ਇੰਨਾ ਝਿਪਦੇ ਨੇ। ਘੱਟੋ ਘੱਟ ਜਿੱਥੇ ਤੱਕ ਸੂਬਿਆਂ ਦੇ ਹੱਕਾਂ ਦੀ ਗੱਲ ਆਉਂਦੀ ਹੈ, ਸੂਬਿਆਂ ਦੇ ਅਧਿਕਾਰਾਂ ਦੀ ਗੱਲ ਆਉਂਦੀ ਹੈ, ਸੂਬੇ ਦੇ ਕਿਸੇ ਵਰਗ ਦੀ, ਕਿਸਾਨਾਂ ਦੀ ਗੱਲ ਆਉਂਦੀ ਹੈ, ਉੱਥੇ ਤਾਂ ਕੋਈ ਵੀ ਪਾਰਟੀ ਨਹੀਂ ਹੈ ਦੇਸ਼ ਦੀ ਜਿਹੜੀ ਆਪਦੇ ਲੋਕਾਂ ਵਾਸਤੇ ਸਟੈਂਡ ਨਾ ਲੈਂਦੀ ਹੋਵੇ ਜਾਂ ਉਹਦੇ ਵਾਸਤੇ ਉੱਥੇ ਲੜਾਈ ਨਾ ਲੜਦੀ ਹੋਵੇ। ਮੈਂ ਤਾਂ ਦੇਖ ਰਿਹਾ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਹੈ, ਉਹੀ ਜਿਹੜਾ ਹੈ ਇੱਥੇ ਮੌਕੇ ਤੇ ਜਾ ਕੇ ਦਿੱਲੀ 'ਚ ਮੌਨ ਧਾਰ ਜਾਂਦੀ ਹੈ। ਤੁਸੀਂ ਜਿਹੜੀਆਂ ਅੱਜ ਬੀਜੇਪੀ ਦੇ ਅਲਾਈਜ਼ ਵੀ ਨੇ, ਚਾਹੇ ਜਿਹੜੀ ਹੈ ਜਨਤਾ ਦਲ ਯੂਨਾਈਟਿਡ ਹੈ ਜਾਂ ਹੋਰ ਨੇ, ਉਹ ਜਿੱਥੋਂ ਤੱਕ ਬਿਹਾਰ ਦੀ ਜਾਂ ਆਪਦੇ ਸੂਬੇ ਦੀ ਗੱਲ ਆਉਂਦੀ ਉਹ ਬਿਲਕੁਲ ਸਪਸ਼ਟ ਸਟੈਂਡ ਲੈਂਦੇ ਆ, ਉੱਥੇ ਉਹਦੇ ਨਾਲ ਖੜਦੇ ਨੇ। ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਤੇ ਉਹਨਾਂ ਨੇ ਵਾਕਆਊਟ ਕੀਤਾ, ਉਹਨਾਂ ਨੇ ਸਾਥ ਨਹੀਂ ਦਿੱਤਾ, ਕਿਉਂਕਿ ਉਹਨਾਂ ਨੂੰ ਅਗਲਾ ਆਖਰ ਜਿਹੜੀ ਵੀ ਸਿਆਸਤ ਹੈ ਉਹ ਡਿਫਰੈਂਟ ਹੈ। ਪਰ ਸਾਨੂੰ ਜੇ ਅਸੀਂ ਜਿਹੜੇ ਸਿਆਸਤ ਦੇ ਕਰਦੇ ਹੋਏ ਜੇ ਅਸੀਂ ਆਪਦੇ ਮੁੱਖ ਸਿਧਾਂਤ ਹੀ ਛੱਡ ਦਾਂਗੇ ਤਾਂ ਫਿਰ ਪਾਰਟੀ ਦੀ ਜਿਹੜੀ ਜੜ੍ਹਾਂ ਤਾਂ ਸਿਧਾਂਤ ਹੀ ਹੁੰਦੀਆਂ ਨੇ। ਜੇ ਅਸੀਂ ਉਹੀ ਸਾਡੀ ਕਮਜ਼ੋਰ ਪੈ ਗਈਆਂ ਫਿਰ ਜ਼ਿਆਦਾ ਚਿਰ ਜਿਹੜਾ ਕੋਈ ਵੀ ਦਰਖਤ ਜਿਹੜਾ ਉਹ ਖੜਾ ਨਹੀਂ ਰਹਿ ਸਕਦਾ। ਸੋ ਇਹੀ ਢੀਂਡਸਾ ਸਾਹਿਬ, ਤੁਸੀਂ ਅਕਾਲੀ ਦਲ ਦੇ ਵਿੱਚ, ਸਰਕਾਰ ਦੇ ਵਿੱਚ ਮੰਤਰੀ ਰਹੇ ਹੋ, MLA ਰਹਿ ਲਏ ਇੰਨੀ ਵਾਰੀ, ਤੁਸੀਂ ਉਸ ਸਮੇਂ ਦੀ ਤਜਰਬਾ ਦੱਸ ਸਕਦੇ ਹੋ ਕਿ ਵਾਕਈ ਬੀਜੇਪੀ ਦਾ ਕਿਸ ਤਰ੍ਹਾਂ ਦਾ ਪ੍ਰੈਸ਼ਰ ਹੁੰਦਾ, ਅਗਰ ਤੁਸੀਂ ਕਹਿ ਰਹੇ ਹੋ ਵੀ ਪ੍ਰੈਸ਼ਰ 'ਚ ਹੈਗੇ ਨੇ? ਤੇ ਦੇਖੋ, ਮੈਨੂੰ ਹੁਣ ਜ਼ਿਆਦਾ ਪ੍ਰੈਸ਼ਰ ਲੱਗ ਰਿਹਾ ਹੈ ਜਦ ਦੀ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਬਣੀ ਹੈ ਪਿਛਲੇ 6-7 ਸਾਲਾਂ ਤੋਂ। ਉਹਨਾਂ ਦਾ ਪ੍ਰੈਸ਼ਰ ਇੰਨਾ ਵੱਧ ਗਿਆ ਹੈਗਾ ਵੀ ਮੈਂ ਮਹਿਸੂਸ ਕਰਦਾ ਵੀ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਸਹੀ ਤੇ ਗਲਤ ਫੈਸਲਿਆਂ ਦੀ ਪਛਾਣ ਨਾ ਕਰਕੇ ਜਿਹੜਾ ਉਹ ਆਪਦਾ ਜਿਹੜਾ ਹੈ ਕੋਈ ਸਟੈਂਡ ਸਪਸ਼ਟ ਨਹੀਂ ਕਰ ਸਕ ਰਿਹਾ। ਉੱਥੇ ਕੁਝ ਹੋਰ ਕਹਿ ਰਿਹਾ, ਇੱਥੇ ਕੁਝ ਹੋਰ ਕਹਿ ਰਿਹਾ। ਸਾਰੇ ਮੁੱਦਿਆਂ ਤੇ ਤੁਸੀਂ ਹੁਣ ਮੈਂ ਕੀ ਗਿਣਾਵਾਂ, ਤੁਹਾਨੂੰ ਪਤਾ ਹੀ ਹੈ ਜਿਹੜੇ ਸਾਰੇ ਮਸਲੇ ਉੱਠੇ ਨੇ ਤੇ ਅਸੀਂ ਉੱਥੋਂ ਇਲਾਵਾ ਵੀ ਜਿਹੜੇ ਸਾਡੇ ਪਿਛਲੇ ਸਮੇਂ ਦੇ ਵਿੱਚ ਸਾਡੀ ਸਰਕਾਰ ਦੇ ਵਿੱਚ ਵੀ ਜੋ ਗਲਤੀਆਂ ਰਹਿ ਗਈਆਂ, ਕਮੀਆਂ ਹੋਈਆਂ, ਉਹਨਾਂ ਦਾ ਵੀ ਸਾਡੇ ਤੇ ਬੜਾ ਵੱਡਾ ਅੱਜ ਜਿਹੜਾ ਹੈ ਕੁਐਸਚਨ ਮਾਰਕ ਲੱਗਿਆ ਹੋਇਆ। ਠੀਕ ਹੈ। ਕੱਲ ਹੀ ਇੱਕ ਦਿਨ ਪਹਿਲਾਂ ਡਾਕਟਰ ਧਰਮਵੀਰ ਗਾਂਧੀ ਹੁਣਾਂ ਨੇ ਦੁਬਾਰਾ ਇਹ ਗੱਲ ਆਖੀ ਹੈਗੀ ਹੈ ਕਿ ਇੱਕ ਪੰਜਾਬ ਹਿਤੈਸ਼ੀ ਲੋਕਾਂ ਨੂੰ ਇਕੱਠੇ ਇੱਕ ਮੰਚ ਤੇ ਆਉਣ ਦੀ ਲੋੜ ਹੈਗੀ ਹੈ। 2022 ਤੱਕ ਵੱਖਰੇ ਮੰਚ ਦੇ ਨਾਲ ਅਸੀਂ ਆਵਾਂਗੇ ਕੁਝ ਲੋਕ। ਤੁਸੀਂ ਐਸੇ ਲੀਡਰਾਂ ਦੇ ਬਾਰੇ ਕੀ ਦੇਖ ਰਹੇ ਜਿਨ੍ਹਾਂ ਦੀ ਇੰਡੀਵਿਜੂਅਲ ਤੇ ਇਮੇਜ ਚੰਗੀ ਹੈਗੀ ਹੈ ਪਰ ਲੀਗ ਤੋਂ ਵੱਖਰੇ ਹਟ ਕੇ ਚੱਲੇ ਨੇ ਪਰ ਸਕਸੈਸਫੁਲ ਨਹੀਂ ਹੋਏ? ਦੇਖੋ, ਹਰ ਬੰਦਾ ਪਿੱਛੇ ਜੋ ਸਿਆਸਤ ਚੋਂ ਆਪਦੇ ਜੀਵਨ ਤੋਂ ਕੁਛ ਨਾ ਕੁਛ ਸਿੱਖਦਾ ਹੈ। ਮੇਰਾ ਮਤਲਬ ਇਹ ਹੈਗਾ ਕਿ ਇਹ ਲੋਕ ਕੱਲ ਨੂੰ ਢੀਂਡਸਾ ਪਰਿਵਾਰ ਜਿਸ ਵੀ ਥਰਡ ਫਰੰਟ ਦੇ ਵਿੱਚ ਖੁਦ ਨੂੰ ਫਿੱਟ ਦੇਖਦਾ, ਇਹ ਲੋਕ ਹਮਖਿਆਲ ਹੋ ਸਕਦੇ ਨੇ ਕਿਤੇ ਤੁਹਾਡੇ ਨਾਲ? ਬਿਲਕੁਲ ਹੋ ਸਕਦੇ ਨੇ, ਕਿਉਂ ਨਹੀਂ ਹੋ ਸਕਦੇ। ਮੈਂ ਤਾਂ ਇਹ ਸਮਝਦਾ ਵੀ ਪੰਜਾਬ ਨੂੰ ਅੱਜ ਇਮਾਨਦਾਰ ਲੋਕਾਂ ਦੇ ਅੱਗੇ ਆਉਣ ਦੀ ਲੋੜ ਹੈ, ਕਿਉਂਕਿ ਜੇ ਅਸੀਂ ਪੰਜਾਬ ਦੀਆਂ ਜਿਹੜੀਆਂ ਸਾਰੀਆਂ ਮੁਸ਼ਕਿਲਾਂ ਨੇ ਜਾਂ ਜੋ ਅੱਜ ਜਿਨ੍ਹਾਂ ਸਾਰੀਆਂ ਫਰੰਟਸ ਤੇ ਪੰਜਾਬ ਲੜ ਰਿਹਾ ਹੈ, ਉਹਨਾਂ ਨਾਲ ਜੇ ਅਸੀਂ ਤਗੜੇ ਹੋ ਕੇ ਉਹਨਾਂ ਤੋਂ ਜਿੱਤ ਪ੍ਰਾਪਤ ਕਰਨੀ ਹੈ ਤਾਂ ਉਹਦੇ ਵਾਸਤੇ ਇੱਕ ਇਮਾਨਦਾਰ ਸਿਆਸਤ ਦੀ ਤਾਂ ਬਹੁਤ ਵੱਡੀ ਲੋੜ ਹੀ ਹੈ। ਤੇ ਕਿਤੇ ਨਾ ਕਿਤੇ ਸਾਰੇ ਲੋਕ ਉਸ ਪੱਖੋਂ ਤਾਂ ਜਿਹੜੇ ਨੇ ਇਹਨਾਂ ਤੇ ਕ੍ਰੈਡੀਬਿਲਿਟੀ ਹੈਗੀ ਹੈ। ਢੀਂਡਸਾ ਸਾਹਿਬ, ਸਾਡੇ ਕੋਲ ਲਿਮਿਟਿਡ ਸਮਾਂ ਹੈਗਾ, ਆਖਰੀ 1-2 ਸਵਾਲ ਹੈਗੇ। ਤੁਸੀਂ ਅਕਾਲੀ ਬੀਜੇਪੀ ਦਾ ਜ਼ਿਕਰ ਕੀਤਾ, ਤੁਸੀਂ ਕਿਹਾ ਵੀ ਹੁਣ ਪ੍ਰੈਸ਼ਰ ਹੋਰ ਤਰ੍ਹਾਂ ਦਾ ਹੋ ਗਿਆ। ਬੀਜੇਪੀ ਦੇ ਕਈ ਸਾਰੇ ਲੀਡਰਸ ਡਿਮਾਂਡ ਕਰ ਰਹੇ ਨੇ ਕਿ ਸਾਨੂੰ ਇਸ ਵਾਰੀ ਟਿਕਟਾਂ ਵੱਧ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ। ਤੁਸੀਂ ਦੋਨਾਂ ਪੋਲੀਟੀਕਲ ਪਾਰਟੀਆਂ ਦੀ ਆਈਡੀਓਲੋਜੀ ਵੀ ਜਾਣਦੇ ਹੋ ਤੇ ਐਟੀਟਿਊਡ ਵੀ ਜਾਣਦੇ ਹੋ, ਤੁਸੀਂ ਕੀ ਦੇਖ ਰਹੇ ਹੋ? ਇਹ ਅਲਾਈਅੰਸ ਚੱਲਦਾ ਰਹੇਗਾ? ਤੁਸੀਂ ਅਗਰ ਇਹਨੂੰ ਬਾਹਰ ਬੈਠ ਕੇ ਆਬਜ਼ਰਵ ਕਰਦੇ ਹੋਵੋਗੇ? ਦੇਖੋ, ਅੱਜ ਤਾਂ ਪਮਿਲ ਜੀ ਟਿੱਪਣੀ ਕਰਨੀ ਬਹੁਤ ਔਖੀ ਹੈ, ਪਰ ਇਹ ਅਲਾਈਅੰਸ ਨੂੰ ਚਲਾਉਣ ਵਾਸਤੇ ਮੈਨੂੰ ਲੱਗਦਾ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਹੈ
ਉਹਨਾਂ ਦੀਆਂ ਜਿਹੜੀਆਂ ਡਿਮਾਂਡਸ ਨੇ ਬੀਜੇਪੀ ਦੀਆਂ ਮੰਨਣੀਆਂ ਪੈਣੀਆਂ, ਕਿਉਂਕਿ ਸਭ ਤੋਂ ਵੱਡੀ ਗੱਲ ਹੈ ਵੀ ਅੱਜ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਪੈ ਗਿਆ ਤੇ ਬੀਜੇਪੀ ਮਜ਼ਬੂਤ ਹੋ ਗਈ, ਕਿਉਂਕਿ ਬੀਜੇਪੀ ਆਪਦੀ ਜੋ ਆਈਡੀਓਲੋਜੀਕਲ ਸਟੈਂਡ ਹੈ ਉਹ ਤੇ ਖੜੀ ਹੈ ਤੇ ਉਹ ਉਸ ਮੁਤਾਬਕ ਫੈਸਲੇ ਲੈ ਰਹੇ ਨੇ ਤੇ ਅਕਾਲੀ ਦਲ ਆਪਦਾ ਆਈਡੀਓਲੋਜੀਕਲ ਸਟੈਂਡ ਛੱਡ ਚੁੱਕਿਆ ਹੈ। ਸੋ ਸ਼੍ਰੋਮਣੀ ਅਕਾਲੀ ਦਲ ਕਿਤੇ ਹੀ ਕਮਜ਼ੋਰ ਪੈ ਚੁੱਕਿਆ ਤੇ ਬੀਜੇਪੀ ਦੀ ਜਿਹੜੀ ਆਪਦੀ ਕੋਰ ਵੋਟ ਬੈਂਕ ਹੈ ਉਹ ਅੱਜ ਵੀ ਉਵੇਂ ਉਹਨਾਂ ਦੀ ਖੜੀ ਹੈ। ਸੋ ਇਸ ਤਰ੍ਹਾਂ ਦੇ ਇਹਨਾਂ ਹਾਲਾਤਾਂ ਦੇ ਵਿੱਚ ਮੇਰਾ ਮੰਨਣਾ ਇਹ ਹੈ ਕਿ ਜੇ ਇਸ ਹਾਲਾਤ ਦੇ ਵਿੱਚ ਕੋਈ ਬਾਰਗੇਨ ਹੋਏਗੀ ਤਾਂ ਬੀਜੇਪੀ ਜ਼ਰੂਰ ਆਪਦੀਆਂ ਜੋ ਡਿਮਾਂਡ ਨੇ ਮਨਵਾਉਣ ਵਿੱਚ ਸਫਲ ਹੋਊਗੀ। ਆਖਰੀ ਸਵਾਲ ਹੈਗਾ ਢੀਂਡਸਾ ਸਾਹਿਬ, ਤੁਸੀਂ ਪੰਜਾਬ ਦੇ ਵਿੱਚ, ਤੁਸੀਂ ਰਾਜਨੀਤੀ ਦੇ ਵਿੱਚ ਇੰਨੇ ਪੁਰਾਣੇ ਹੈਗੇ ਹੋ, ਤੁਸੀਂ ਪੰਜਾਬ ਦਾ ਇੱਕ ਕਾਲਾ ਦੌਰ ਵੀ ਦੇਖਿਆ। ਪੰਜਾਬ ਦੇ ਵਿੱਚ ਇਨੀ ਦਿਨੀ ਜਿਹੜੀ ਇੱਕ ਸੰਸਥਾ ਹੈਗੀ ਹੈ ਬਾਹਰੋਂ ਬੈਠ ਕੇ ਆਪਰੇਟ ਕਰਦੀ ਹੈ, SFJ 6 ਫॉर ਜਸਟਿਸ, ਉਹਨਾਂ ਦੇ ਵੱਲੋਂ ਕੱਲ ਤੋਂ, ਅੱਜ ਤੋਂ ਹੀ ਅਸੀਂ ਜਿਸ ਸਮੇਂ ਇੰਟਰਵਿਊ ਔਨ 에ਅਰ ਹੋ ਰਹੀ ਹੈ, ਅੱਜ ਤੋਂ ਰੈਫਰੈਂਡਮ 2020 ਦੇ ਲਈ ਆਨਲਾਈਨ ਵੋਟਿੰਗ ਜਿਹੜੀ ਰਜਿਸਟ੍ਰੇਸ਼ਨ ਹੈਗੀ ਉਹ ਸ਼ੁਰੂ ਕਰਵਾ ਦਿੱਤੀ ਗਈ ਹੈਗੀ ਹੈ। ਤੁਸੀਂ ਉਹ ਦੌਰ ਵੀ ਸਾਰਾ ਕੁਝ ਦੇਖਿਆ। ਸੈਪਰੇਟ 6 ਸਟੇਟ ਦੀ ਜਿਹੜੀ ਡਿਮਾਂਡ ਹੈਗੀ ਉਸ ਨੂੰ ਦੁਬਾਰਾ ਹਵਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ। ਪਿਛਲੇ ਸਮੇਂ ਦੇ ਵਿੱਚ ਕੁਝ ਦੇਰ ਪਹਿਲਾਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਸਟੇਟਮੈਂਟ ਵੀ ਆਇਆ ਸੀਗਾ ਖਾਲਿਸਤਾਨ ਦੇ ਮੰਗ ਦੇ ਸਮਰਥਨ ਦੇ ਵਿੱਚ। ਤੁਸੀਂ ਸਾਰੇ ਵਰਤਾਰੇ ਨੂੰ ਕਿਵੇਂ ਦੇਖ ਰਹੇ ਹੋ? ਦੇਖੋ, ਮੈਂ ਤਾਂ ਇਸ ਦੇ ਗੱਲ ਦੇ ਹੱਕ ਵਿੱਚ ਨਹੀਂ ਹਾਂ, ਕਿਉਂਕਿ ਪਹਿਲੀ ਗੱਲ ਤਾਂ ਜਿਹੜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਗੱਲ ਹੈ, ਉਹਨਾਂ ਨੇ ਇੱਕ ਬਿਆਨ, ਉਹਨਾਂ ਨੇ ਸਮਰਥਨ ਨਹੀਂ ਸੀ ਕੀਤਾ। ਉਹਨਾਂ ਨੇ ਕਿਹਾ ਸੀ ਵੀ ਜੇ ਦੇ ਦੇਣਗੇ ਅਸੀਂ ਲੈ ਲਾਂਗੇ, ਤੇ ਮੈਂ ਉਦੋਂ ਵੀ ਇਹੀ ਗੱਲ ਕਹੀ ਸੀ ਵੀ ਦੇਣ ਨੂੰ ਤਾਂ ਉਹ ਸਾਨੂੰ ਚੰਡੀਗੜ੍ਹ ਤਿਆਰ ਨਹੀਂ ਤੇ ਅਸੀਂ ਕਹਿ ਰਹੇ ਹਾਂ ਵੀ ਸਾਨੂੰ ਖਾਲਿਸਤਾਨ ਜੇ ਮਿਲ ਜੇ। ਸੋ ਉਹ ਗੱਲਾਂ ਜਿਹੜੀਆਂ ਬਹੁਤ ਦੂਰ ਦੀਆਂ ਤੇ ਅੱਜ ਇਹ ਜੀ ਹਾਲਾਤ ਵੀ ਨਹੀਂ ਵੀ ਉਹਨਾਂ ਗੱਲਾਂ ਤੇ ਵੀ ਚਰਚਾ ਵੀ ਕਰਨੀ ਮੈਂ ਠੀਕ ਨਹੀਂ ਸਮਝਦਾ। ਅੱਜ ਪੰਜਾਬ ਦੀਆਂ ਹੋਰ ਬਹੁਤ ਸਮੱਸਿਆਵਾਂ ਨੇ ਜੀ, ਜੋ ਇਹ ਸਵਾਲ ਢੀਂਡਸਾ ਸਾਹਿਬ, ਇਹ ਸਵਾਲ ਅਸੀਂ ਉਹਨਾਂ ਨਾਲ ਸਾਡਾ, ਮੈਂ ਸਮਝਦਾ ਅਸੀਂ ਪਹਿਲਾਂ ਲੜੀਏ ਉਹਨਾਂ ਸਮੱਸਿਆਵਾਂ ਦੇ ਨਾਲ। ਤੇ ਇਹ ਮਤਲਬ ਮੈਂ ਨਹੀਂ ਸਮਝਦਾ ਵੀ ਇਹ ਵੀ ਸ਼ਾਇਦ ਮੇਰੇ ਹਿਸਾਬ ਨਾਲ ਤਾਂ ਕਿਸੇ ਨਾ ਕਿਸੇ ਪ੍ਰੈਸ ਰਿਪੋਰਟ ਦੀ ਸ਼ਰਾਰਤੀ ਹੋ ਸਕਦੀ ਹੈ। ਉਹਨਾਂ ਨੇ ਇਹੋ ਜਿਹਾ ਉਹਨਾਂ ਦੇ ਅੱਗੇ ਇਹ ਸਵਾਲ ਕੀਤਾ ਵੀ ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ, ਕਿਉਂਕਿ ਜੇ ਜਿਵੇਂ ਉਹਨਾਂ ਨੇ ਗੱਲ ਕੀਤੀ ਵੀ ਜੇ ਸਾਨੂੰ ਦੇ ਦੇਣ ਤਾਂ ਦੇਣਾ ਤਾਂ ਕਿਸੇ ਨੇ ਨਹੀਂ ਹੁੰਦਾ, ਪਰ ਮੈਂ ਇਸ ਗੱਲ ਦੇ ਹੱਕ 'ਚ ਨਹੀਂ ਹੈ। ਠੀਕ ਹੈ, ਤੁਸੀਂ ਉਸ ਚੀਜ਼ ਨੂੰ ਤੁਸੀਂ ਕਿਸੇ ਜਰਨਲਿਸਟ ਦੀ ਸ਼ਰਾਰਤ ਦੱਸ ਸਕਦੇ ਹੋ। ਹੁਣ ਜਿਹੜਾ ਮੈਂ ਸਵਾਲ ਤੁਹਾਨੂੰ ਢੀਂਡਸਾ ਸਾਹਿਬ ਆਖਰੀ ਉਹ ਸਵਾਲ ਜਿਹੜਾ ਕੀਤਾ ਸੀਗਾ, ਜਿਹੜੀ ਆਨਲਾਈਨ ਵੋਟਿੰਗ ਸ਼ੁਰੂ ਕਰਵਾ ਰਹੀ ਹੈਗੀ ਹੈ, ਰਜਿਸਟ੍ਰੇਸ਼ਨ ਸ਼ੁਰੂ ਕਰਵਾ ਰਹੀ ਹੈਗੀ SFJ ਸੈਪਰੇਟ 6 ਸਟੇਟ ਦੀ ਜਿਹੜੀ ਡਿਮਾਂਡ ਹੈਗੀ ਆ, ਉਹਨੂੰ ਪਰਮਿੰਦਰ ਸਿੰਘ ਢੀਂਡਸਾ ਕਿਵੇਂ ਦੇਖਨੇ, ਕੀ ਟੇਕ ਹੈਗਾ ਤੁਹਾਡਾ ਉਸ ਦੇ ਉੱਤੇ? ਆਖਰੀ ਸਵਾਲ ਹੈਗਾ। ਮੈਂ ਤਾਂ ਸਮਝਦਾ ਵੀ ਜਿਹੜੀਆਂ ਬਾਹਰ ਦੀਆਂ ਤਾਕਤਾਂ ਨੇ ਉਹਨਾਂ ਦੀ ਇੱਕ ਸਾਜ਼ਿਸ਼ ਹੈ, ਚਾਹੇ ਪਾਕਿਸਤਾਨ ਹੈ, ਚਾਹੇ ਚਾਈਨਾ ਜਾਂ ਹੋਰ ਦੇਸ਼ ਨੇ, ਉਹ ਕਿਤੇ ਨਾ ਕਿਤੇ ਆਪਦੀਆਂ ਜਿਹੜਾ ਇਹਨਾਂ ਤਾਕਤਾਂ ਨੂੰ ਸਪੋਰਟ ਕਰਦੇ ਨੇ ਤੇ ਇਹ ਜੇ ਵਿਦੇਸ਼ਾਂ ਵਿੱਚ ਬੈਠੇ ਜਿਹੜੇ ਲੋਕ ਜਿਨ੍ਹਾਂ ਦਾ ਖੋਣ ਨੂੰ ਕੁਝ ਨਹੀਂ, ਜਿਨ੍ਹਾਂ ਨੇ ਸਿਰਫ ਇੱਕ ਨਾਰਾ ਲਾ ਦੇਣਾ, ਆਪ ਵਿਦੇਸ਼ਾਂ 'ਚ ਬੈਠੇ ਨੇ, ਉੱਥੇ ਖਾਲਿਸਤਾਨ ਦੇ ਨਾਂ ਤੇ ਪੈਸਾ ਇਕੱਠਾ ਕਰ ਲੈਂਦੇ ਨੇ ਤੇ ਇੱਥੇ ਜਿਹੜੇ ਸਾਡੇ ਬੱਚੇ ਨੇ ਉਹ ਭਾਵੁਕ ਨੇ, ਉਹ ਕਈ ਵਾਰ ਜਿਵੇਂ ਇੱਕ ਯੂਟੋਪੀਅਨ ਵਰਲਡ ਹੈ ਜਿਹੜਾ ਉਹਦੇ ਵਿੱਚ ਜਿਉਂਦੇ, ਉਹਨਾਂ ਨੂੰ ਇਹ ਲੱਗਦਾ ਵੀ ਜੇ ਸਾਨੂੰ ਇਹ ਸ਼ਾਇਦ ਮਿਲ ਜੇ ਤਾਂ ਪਤਾ ਨਹੀਂ ਕੀ ਹੋ ਜਾਏਗਾ। ਤਾਂ ਇਹਦੇ ਨਾਲ ਉਹਨਾਂ ਦੀਆਂ ਭਾਵਨਾਵਾਂ ਭੜਕਾ ਕੇ ਉਹ ਆਪਦੀ ਸਿਆਸਤੀ ਰੋਟੀ, ਉਹ ਨਾ ਉਹਨਾਂ ਦਾ ਕੁਝ ਟੇਕ ਹੈ, ਨਾ ਉਹਨਾਂ ਦਾ ਕੋਈ ਨੁਕਸਾਨ ਹੋਣਾ ਹੈ। ਉਹ ਸਮਾਂ ਜਿਹੜੇ ਨੇ ਇੱਥੇ ਪੰਜਾਬ ਦੇ ਵਿੱਚ ਬੈਠੇ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਕਰਦੇ ਨੇ, ਸਿਰਫ ਆਪਦੀ ਸੌੜੀ ਨਿੱਜੀ ਹਿੱਤਾਂ ਵਾਸਤੇ। ਸੋ ਮੈਂ ਇਹਦਾ ਪੁਰਜ਼ੋਰ ਸ਼ਬਦਾਂ ਵਿੱਚ ਖੰਡਨ ਕਰਦਾ। ਮੈਂ ਇਸ ਚੀਜ਼ ਦੇ ਹੱਕ ਵਿੱਚ ਨਹੀਂ ਹਾਂ, ਮੈਂ ਇਸ ਹੱਕ ਦੇ ਵਿੱਚ ਜ਼ਰੂਰ ਹਾਂ ਕਿ ਸੂਬਿਆਂ ਨੂੰ ਵੱਧ ਅਧਿਕਾਰ ਹੋਣੇ ਚਾਹੀਦੇ ਨੇ, ਜਿਵੇਂ ਜਿਹੇ ਜਿਹੇ ਅਧਿਕਾਰ ਕਿਸੇ ਸਮੇਂ ਜੰਮੂ ਕਸ਼ਮੀਰ ਕੋਲ ਸੀ। ਅਸੀਂ ਤਾਂ ਅਕਾਲੀ ਦਲ ਤਾਂ ਇਹ ਕਹਿੰਦਾ ਸੀ ਵੀ ਸਾਨੂੰ ਜੰਮੂ ਕਸ਼ਮੀਰ ਦੇ ਬਰਾਬਰ ਦੇ ਅਧਿਕਾਰ ਮਿਲਣੇ ਚਾਹੀਦੇ ਨੇ। ਸੋ ਇੱਕ ਫੈਡਰਲ ਸਿਸਟਮ ਦੀ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਮੰਗ ਕਰਦਾ ਹੈ ਤੇ ਅਸੀਂ ਇਹ ਵੀ ਤੁਹਾਡੇ ਤੀਸਰੇ ਫਰੰਟ ਦੇ ਏਜੰਡੇ 'ਚ ਸ਼ਾਮਲ ਹੋ ਸਕਦੀਆਂ ਨੇ ਚੀਜ਼ਾਂ। ਬਿਲਕੁਲ, ਏਜੰਡੇ ਤੋਂ ਬਿਨਾਂ ਤਾਂ ਕੋਈ ਵੀ ਗੱਲ ਨਹੀਂ ਅੱਗੇ ਤੁਰਦੀ ਤੇ ਏਜੰਡੇ ਵਿੱਚ ਤਾਂ ਅਸੀਂ ਹਜੇ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਹਜੇ ਤੀਜੇ ਫਰੰਟ ਦਾ ਕੋਈ ਰੂਪ ਤਾਂ ਨਹੀਂ ਬਣਿਆ, ਪਰ ਜੇ ਸਾਰੇ ਜੇ ਕੋਸ਼ਿਸ਼ ਕਰਨਗੇ ਮੈਨੂੰ ਲੱਗਦਾ ਜ਼ਰੂਰ ਬਣੇਗਾ। ਸੋ ਇਸ ਲਈ ਢੀਂਡਸਾ ਸਾਹਿਬ ਸਾਰੀਆਂ ਚੀਜ਼ਾਂ, ਢੀਂਡਸਾ ਸਾਹਿਬ ਆਖਰੀ ਕੁਝ ਮਿੰਟ ਨੇ, ਆਖਰੀ ਕੁਝ ਸੈਕਿੰਡ ਨੇ
ਪਰਮਿੰਦਰ ਸਿੰਘ ਢੀਂਡਸਾ, ਸੁਖਦੇਵ ਸਿੰਘ ਢੀਂਡਸਾ ਸਾਹਿਬ 2022 ਦੇ ਵਿੱਚ ਆਪਣਾ ਪੋਲੀਟੀਕਲ ਫਿਊਚਰ ਕੀ ਦੇਖ ਰਹੇ ਨੇ? ਦੇਖੋ, ਅਸੀਂ ਹਰ ਬੰਦਾ ਆਪਦਾ ਫਿਊਚਰ ਚੰਗਾ ਸੋਚਦਾ ਹੁੰਦਾ ਹੈ ਜੀ। ਸੋ ਸਾਨੂੰ ਤਾਂ ਬਹੁਤ ਆਸ ਹੈ, ਪਰ ਆਖਿਰ ਦੇ ਵਿੱਚ ਕਿਸੇ ਦੇ ਆਪਦੇ ਹੱਥ 'ਚ ਨਹੀਂ ਹੁੰਦਾ। ਪੋਲੀਟੀਕਲ ਫਿਊਚਰ ਤਾਂ ਲੋਕਾਂ ਦੇ ਹੱਥ 'ਚ ਹੁੰਦਾ ਹੈ ਜੀ। ਸੋ ਪੰਜਾਬ ਦੇ ਲੋਕਾਂ ਨੇ ਪੋਲੀਟੀਕਲ ਫਿਊਚਰ ਤੈਅ ਕਰਨਾ ਹੈ। ਅਸੀਂ ਤਾਂ ਆਪਦੀ ਜਿਹੜੀ ਸੋਚ ਹੈ, ਆਪਦਾ ਜੋ ਪੱਖ ਹੈ, ਉਹ ਲੋਕਾਂ ਸਾਹਮਣੇ ਰੱਖ ਸਕਦੇ ਹਾਂ ਤੇ ਉਹ ਜ਼ੋਰਦਾਰ ਢੰਗ ਨਾਲ ਰੱਖਾਂਗੇ ਵੀ। ਤੇ ਸਾਡੀ ਇੱਕੋ ਹੀ ਮਨਸ਼ਾ ਹੈ ਕਿ ਪੰਜਾਬ ਖੁਸ਼ਹਾਲ ਹੋਵੇ, ਪੰਜਾਬ ਤਰੱਕੀ ਕਰੇ, ਤੇ ਚਾਹੇ ਕਿਸੇ ਦੇ ਹੱਥੇ ਵੀ ਹੋਵੇ। ਪਰ ਜਿਸ ਤਰ੍ਹਾਂ ਦਾ ਪਿਛਲੇ ਜੋ 10 ਸਾਲਾਂ ਦਾ ਜੋ ਲੋਕਾਂ ਦੀਆਂ ਭਾਵਨਾਵਾਂ ਨੇ, ਉਹਨਾਂ ਨੂੰ ਸ਼ਾਇਦ ਅੱਜ ਤਰਜਮਾਨੀ ਕਰਨ ਦਾ ਸਮਾਂ ਆ ਚੁੱਕਾ ਹੈ। ਬਹੁਤ ਬਹੁਤ ਧੰਨਵਾਦ ਢੀਂਡਸਾ ਸਾਹਿਬ। ਇਹ ਸਨ ਪਰਮਿੰਦਰ ਸਿੰਘ ਢੀਂਡਸਾ, ਜਿਹੜੇ ਆਖ ਰਹੇ ਨੇ ਕਿ ਥਰਡ ਫਰੰਟ ਦਾ ਸਪੇਸ ਪੰਜਾਬ ਦੇ ਵਿੱਚ ਹੈਗਾ ਔਰ ਹਮਖਿਆਲ ਉਹਨਾਂ ਦੇ ਕਾਂਗਰਸ ਜਾਂ ਅਕਾਲੀ ਦਲ ਤੋਂ ਇਲਾਵਾ ਕੋਈ ਵੀ ਪਾਰਟੀ ਉਹਨਾਂ ਦੀ ਹਮਖਿਆਲ ਹੋ ਸਕਦੀ ਹੈਗੀ ਹੈ। ਲਿਹਾਜ਼ਾ ਦੇਖਾਂਗੇ ਜ਼ਰੂਰ ਕਿ ਕਿਸ ਤਰ੍ਹਾਂ ਦੇ ਨਾਲ ਥਰਡ ਫਰੰਟ ਦਾ ਸਪੇਸ ਹਮੇਸ਼ਾ ਪੰਜਾਬ ਦੇ ਵਿੱਚ ਰਹੇ, ਪਰ ਉਸ ਖਲਾਅ ਨੂੰ ਕਈ ਸਾਰੇ ਵੱਡੇ ਲੀਡਰ ਜਾਂ ਵੱਡੀਆਂ ਪੋਲੀਟੀਕਲ ਪਾਰਟੀਆਂ ਭਰ ਨਹੀਂ ਸਕੀਆਂ। ਫਿਲਹਾਲ ਢੀਂਡਸਾ ਸਾਹਿਬ ਬਹੁਤ ਬਹੁਤ ਧੰਨਵਾਦ ਦੈਨਿਕ ਸਵੇਰਾ ਦੇ ਨਾਲ ਗੱਲਬਾਤ ਕਰਨ ਦੇ ਲਈ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।